एसजीपीसी ਦੀਆਂ ਚੋਣਾਂ ਦਾ ਮੁੱਦਾ ਇਸ ਵੇਲੇ ਕਾਫੀ ਜ਼ਿਆਦਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਭਾਵੇਂ ਹਰ ਹਫਤੇ ਇਸ ਦੀ ਸੁਰਖੀ ਵੀ ਬਣਦੀ ਹੈ ਕੋਈ ਨਾ ਕੋਈ ਖਬਰ। ਅਸੀਂ एसजीपीसी ਦੀਆਂ ਚੋਣਾਂ ਦੀ ਗੱਲ ਤਾਂ ਕਰ ਲੈਂਦੇ ਆ, ਲੇਕਿਨ एसजीपीसी ਚੋਣਾਂ ਇੱਕ ਪ੍ਰਣਾਲੀ ਦੇ ਤਹਿਤ ਹੁੰਦੀ ਹੈ। दो बार उस तो पहला भी जिहड़ी है चोण प्रणाली तो बिना जिहड़ी इहदी चोण होई है 1925 दे विच जदों गुरुद्वारा एक्ट दे विच आ जांदी है और उदों जिहड़ा है वोटिंग सिस्टम इस दे अंदर एंटर कर दिता जांदा ते श्रोमणी कमेटी ਦੀਆਂ ਜਿਹੜੀਆਂ ਵੋਟਾਂ ਨੇ ਜਾਂ ਜਿਹੜਾ ਕਮਿਸ਼ਨਰ ਹੈ ਉਹ ਸਾਰਾ ਸੈਂਟਰ ਗਵਰਨਮੈਂਟ ਦੇ ਅੰਦਰ ਹੁੰਦਾ ਹੈ ਤੇ ਉਹਨਾਂ ਦੀ ਜਦੋਂ ਮਰਜ਼ੀ ਹੁੰਦੀ ਹੈ ਉਦੋਂ ਉਹ ਚੋਣ ਕਰਵਾਉਂਦੇ ਨੇ ਹੁਣ और हर 5 साल बाद चोण होनी है तो हुण तक चाहिदा तो ये सी कि तकरीबन 14 बार दी चोण हो गई होनी चाहिए सी। पर अमन तुसी हैरान हो जाओगे कि इन्हां 1947 तो बाद इन्हां 70 ते 73 वरियां दे विच सिर्फ 5 बार जिहड़ी है श्रोमणी कमेटी की जिहड़ी चोण हुई है। ਜਦੋਂ ਸੈਂਟਰ ਨੇ ਜਿਹੜਾ ਹੈਗਾ ਨਾ ਕਿ ਆਪਣੀ ਹਮਾਇਤ ਵਾਲੀ ਧਿਰ ਨੂੰ ਜਿਹੜਾ ਹੈ ਗੁਰਦੁਆਰਿਆਂ ਦੇ ਉੱਤੇ ਕਾਬਜ਼ ਕਰਨਾ ਹੁੰਦਾ ਹੈ ਜਾਂ ਪੰਜਾਬ ਦੀ ਸਿੱਖ ਸਿਆਸਤ ਨੂੰ ਜਦੋਂ ਕੰਟਰੋਲ 'ਚ ਕਰਨਾ ਹੁੰਦਾ ਹੈ ਉਦੋਂ ਹੀ ਇਹਦੇ ਇਲੈਕਸ਼ਨਸ ਜਿਹੜੇ ਨੇ ਕਰਵਾਏ ਜਾਂਦੇ ਨੇ। ਪਰ 1984 ਦੇ ਵਿੱਚ ਇਲੈਕਸ਼ਨ ਨਹੀਂ ਹੁੰਦੇ, ਜਿਹੜੇ ਇਲੈਕਸ਼ਨ ਨੇ 1996 ਦੇ ਵਿੱਚ ਜਾ ਕੇ ਹੁੰਦੇ ਨੇ। ਉਹ ਵੀ ਉਦੋਂ ਹੁੰਦੇ ਨੇ ਜਦੋਂ ਬਾਦਲਾਂ ਨੂੰ ਇਸ ਦੇ ਉੱਤੇ ਕਾਬਜ਼ ਕਰਨਾ ਹੁੰਦਾ ਹੈ। ਬਾਦਲ ਜਿਹੜਾ ਹੈ ਇਹ ਇਕੱਲਾ ਕਿਸੇ ਬੰਦੇ ਦਾ ਨਾਮ ਨਹੀਂ ਹੈ, ਇਹ ਅੱਜ ਇੱਕ ਸਿਸਟਮ ਬਣ ਚੁੱਕਿਆ ਹੈ। ਉਹ ਸਿਸਟਮ ਇਹੋ ਜਿਹਾ ਬਣ ਚੁੱਕਿਆ ਹੈ ਕਿ ਉਸ ਦੇ ਵਿੱਚ ਤੁਸੀਂ ਜਿਹੜੇ ਵੀ ਬੰਦੇ ਨੂੰ ਪਾਓਗੇ ਉਹ ਬਾਦਲ ਹੀ ਬਣੇਗਾ। ਇਲੈਕਸ਼ਨ ਦਾ ਜਿਹੜਾ ਸਿਸਟਮ ਹੈਗਾ ਹੈ ਨਾ ਇਹ ਕਿਤੇ ਨਾ ਕਿਤੇ ਸਿੱਖਾਂ ਦਾ ਸਿਸਟਮ ਨਹੀਂ ਹੈ, ਇਹ ਚੀਜ਼ ਸਾਨੂੰ ਅੱਜ ਮੰਨਣੀ ਪਵੇਗੀ। ਹੁਣ ਵਾਲੇ ਹੁਕਮਰਾਨਾਂ ਨੂੰ ਵੀ ਪਤਾ ਹੈ ਕਿ ਜੇ ਸਿੱਖਾਂ ਨੂੰ ਕੰਟਰੋਲ ਕਰਨਾ ਹੈ ਇਹਨਾਂ ਦੇ ਗੁਰਦੁਆਰੇ ਕੰਟਰੋਲ ਕਰਨੇ ਪੈਣਗੇ, ਫਿਰ ਗੁਰਦੁਆਰਿਆਂ ਤੋਂ ਜਿਹੜਾ ਪ੍ਰਚਾਰ ਹੈ ਆਪਣੇ ਤਰੀਕੇ ਦੇ ਨਾਲ ਕਰਨਾ ਪਵੇਗਾ। ਕਿ एसजीपीसी ਚੋਣਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਦੇ ਲਈ ਆਰਐਸਐਸ ਵੀ ਆਪਣਾ ਕਹਿ ਲਈਏ ਧਿਰ ਤਿਆਰ ਕਰ ਰਹੀ ਹੈ। ਜੋ ਆਰਐਸਐਸ ਵੱਲੋਂ ਕਿਹਾ ਜਾ ਰਿਹਾ ਹੈ ਉਹ ਇਹ ਕਹਿ ਰਹੇ ਹਨ ਕਿ ਇਹ ਸਿਰਫ ਜੀ ਉਹਨਾਂ ਸਮਾਗਮਾਂ ਦੇ ਲਈ ਸੀ, ਸਾਡੇ ਤੇ ਹੁਣ ਕੋਈ ਪਾਬੰਦੀ ਨਹੀਂ ਹੈ। ਤੇ ਇੱਕ ਵੱਡੀ ਜਿਹੜੀ ਗ੍ਰਾਂਟ ਹੈ ਉਹ ਇਹਨਾਂ ਨੂੰ ਮਿਲੀ ਹੈਗੀ ਆ ਭਾਰਤ ਦੀ ਸਰਕਾਰ ਵੱਲੋਂ ਔਰ ਉਸ ਦੇ ਵਿੱਚ ਇਹਨਾਂ ਨੂੰ ਇਹ ਸੀ ਕਿ ਇਹਨਾਂ ਨੇ ਸਮਾਗਮ ਜਿਹੜੇ ਨੇ ਜਾਂ ਸ਼ਤਾਬਦੀ ਸਮਾਰੋਹ ਨੇ ਉਹ ਮਨਾਉਣੇ ਹੈਗੇ ਨੇ ਔਰ ਉਸ ਦਾ ਵੀ ਜਿਹੜਾ ਹੈ ਸਿੱਖ ਸੰਗਤਾਂ ਵੱਲੋਂ ਭਰਵਾਂ ਵਿਰੋਧ ਜਿਹੜਾ ਹੈ ਸਮੇਂ-ਸਮੇਂ ਤੇ ਹੁੰਦਾ ਆਇਆ ਹੈ। ਇਹਨਾਂ ਨੂੰ ਇਹ ਪੁੱਛਿਆ ਕਰਨ ਕਿ ਕੀ ਇਹ ਸਿੱਖ ਕੌਮ ਨੂੰ ਇੱਕ ਵੱਖਰੀ ਕੌਮ ਮੰਨਦੇ ਹਨ, ਕੀ ਇਹ ਇੱਕ ਸਿੱਖ ਧਰਮ ਨੂੰ ਇੱਕ ਵੱਖਰਾ ਧਰਮ ਮੰਨਦੇ ਹਨ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਆਰਐਸਐਸ ਦੇ ਸਿੱਧੇ ਹੱਥਾਂ ਦੇ ਵਿੱਚ ਹੋਵੇਗੀ। ਆਕਾਸ਼ ਚੈਨਲ ਦੇ ਉੱਤੇ ਪ੍ਰੋਗਰਾਮ ਮੀਡੀਆ ਵਾਚ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਸਿੰਘ ਸਵਾਗਤ ਕਰਦਾ ਜੀ। ਸਭ ਤੋਂ ਪਹਿਲਾਂ ਮਾਫੀ ਚਾਹੁੰਦੇ ਹਾਂ ਜੀ, ਪਿਛਲੇ ਹਫਤੇ ਪ੍ਰੋਗਰਾਮ ਮੀਡੀਆ ਵਾਚ ਤੁਹਾਡੀ ਖਿਦਮਤ ਦੇ ਵਿੱਚ ਨਹੀਂ ਲਿਆ ਸਕੇ, ਕੁਝ ਰੁਝੇਵੇਂ ਸੀਗੇ, ਕੁਝ ਐਮਰਜੈਂਸੀ ਸੀਗੀ। ਬਹਿਰਾਲ ਮੀਡੀਆ ਵਾਚ ਪ੍ਰੋਗਰਾਮ ਦੇ ਵਿੱਚ ਨਾ ਸਿਰਫ ਅਸੀਂ ਖਬਰਾਂ ਦਿੰਨੇ ਆ ਬਲਕਿ ਖਬਰਾਂ ਦੇ ਵਿੱਚ ਕਈ ਅਜਿਹੇ ਤੱਥ ਤੁਹਾਡੇ ਲਈ ਲੱਭ ਕੇ ਲਿਆਉਂਦੇ ਆ ਜੋ ਬੇਹੱਦ ਜ਼ਰੂਰੀ ਨੇ ਸਾਡੇ ਦਰਸ਼ਕਾਂ ਦੇ ਲਈ, ਤੁਹਾਡੇ ਜਾਣਨ ਦੇ ਲਈ। ਅੱਜ ਵੀ ਕਈ ਖਬਰਾਂ ਮੌਜੂਦ ਨੇ ਇੰਟਰਨੈਸ਼ਨਲ ਨੈਸ਼ਨਲ ਭਾਜਪਾ ਦੇ ਨਾਲ ਜੁੜੀਆਂ ਹੋਈਆਂ, ਪੰਜਾਬ ਦੇ ਨਾਲ ਜੁੜੀਆਂ ਹੋਈਆਂ, ਭਾਰਤ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ, ਜਿਸ ਦੇ ਉੱਤੇ ਚਰਚਾ ਵੀ ਕਰਾਂਗੇ, ਰੋਸ਼ਨੀ ਵੀ ਪਾਵਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਗੈਸਟ, ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਹੋਣਾ ਦਾ। ਜਗਜੀਤ ਸਿੰਘ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਸੀ ਸਾਰੇ ਪਹਿਲੂ ਵਿਚਾਰਨ ਦੀ ਕੋਸ਼ਿਸ਼ ਕਰੀਏ, ਲੇਕਿਨ एसजीपीसी ਦੀਆਂ ਚੋਣਾਂ ਦਾ ਮੁੱਦਾ ਇਸ ਵੇਲੇ ਕਾਫੀ ਜ਼ਿਆਦਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਭਾਵੇਂ ਹਰ ਹਫਤੇ ਇਸ ਦੀ ਸੁਰਖੀ ਵੀ ਬਣਦੀ ਹੈ ਕੋਈ ਨਾ ਕੋਈ ਖਬਰ। ਅਸੀਂ एसजीपीसी ਦੀਆਂ ਚੋਣਾਂ ਦੀ ਗੱਲ ਤਾਂ ਕਰ ਲੈਂਦੇ ਆ, ਲੇਕਿਨ एसजीपीसी ਚੋਣਾਂ ਇੱਕ ਪ੍ਰਣਾਲੀ ਦੇ ਤਹਿਤ ਹੁੰਦੀਆਂ ਨੇ। ਜਗਜੀਤ ਸਿੰਘ ਜੀ, ਦਰਸ਼ਕਾਂ ਨੂੰ ਅਸੀਂ ਸਭ ਤੋਂ ਪਹਿਲਾਂ ਉਸ ਪ੍ਰਣਾਲੀ ਤੋਂ ਵੀ ਜਾਣੂ ਕਰਵਾਈਏ, ਪ੍ਰੋਸੈਸ ਕੀ ਰਹਿੰਦਾ एसजीपीसी ਚੋਣਾਂ ਦਾ। ਬਿਲਕੁਲ ਅਮਨ, ਇਸ ਦੇ ਵਿੱਚ ਆਪਾਂ ਪ੍ਰਣਾਲੀ ਵੀ ਦੇਖਾਂਗੇ ਤੇ ਇਹਦਾ ਇਤਿਹਾਸ ਜੇ ਆਪਾਂ ਦੇਖੀਏ ਕਿ 1920 ਦੇ ਵਿੱਚ एसजीपीसी ਹੋਂਦ ਦੇ ਵਿੱਚ ਆਉਂਦੀ ਹੈ ਤੇ 1925 ਦੇ ਵਿੱਚ ਜਿਹੜਾ ਗੁਰਦੁਆਰਾ ਐਕਟ ਹੈ ਉਹ ਬਣਦਾ ਹੈ ਔਰ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਦਾ ਜਿਹੜਾ ਸਿਸਟਮ ਹੈ ਇਹ 1925 ਗੁਰਦੁਆਰਾ ਐਕਟ ਦੇ ਅਧੀਨ ਆਪਾਂ ਇਹ ਕਹਿ ਸਕਦੇ ਹਾਂ ਕਿ ਉਸ ਦੇ ਅਧੀਨ ਜਿਹੜਾ ਇਹਦਾ ਚੋਣਾਂ ਦਾ ਸਿਸਟਮ ਜਿਹੜਾ ਹੈ ਇਹ ਸ਼ੁਰੂ ਕੀਤਾ ਗਿਆ ਔਰ ਹਰ 5 ਸਾਲ ਦੇ ਵਿੱਚ ਜਿਹੜੀ ਇਹਦੀ ਚੋਣ ਹੋਣੀ ਹੁੰਦੀ ਹੈ। ਤੇ ਥੋੜਾ ਜਿਹਾ ਆਪਾਂ ਦਰਸ਼ਕਾਂ ਨੂੰ ਇੱਥੇ ਜਾਣੂ ਕਰਵਾ ਦਈਏ ਕਿ 1920 ਤੋਂ ਲੈ ਕੇ ਜਿਹੜਾ 1925 ਤੱਕ ਹੈਗਾ ਨਾ, 2 ਵਾਰ ਸ਼੍ਰੋਮਣੀ ਕਮੇਟੀ ਉਦੋਂ ਵੀ ਬਣੀ, ਪਰ ਉਦੋਂ ਜੋ ਪੰਚ ਪ੍ਰਧਾਨੀ ਸਿਸਟਮ ਸੀ, ਜੋ ਖਾਲਸਾ ਪੰਥ ਦਾ ਸਿਸਟਮ ਸੀ,
ਜੋ ਗੁਰੂ ਸਾਹਿਬ ਨੇ ਸਾਨੂੰ ਸਿਸਟਮ ਦਿੱਤਾ ਸੀ ਉਹਦੇ ਅਧੀਨ ਜਿਹੜਾ ਹੈ ਇਸ ਦੇ ਆਪਾਂ ਕਹਿ ਲਈ ਕਿ ਮੈਂਬਰ ਸਾਹਿਬਾਨ ਹੋਣ ਜਾਂ ਇਹਦੇ ਜਿਹੜੇ ਸੇਵਾਦਾਰ ਹੋਣ ਉਹ ਚੁਣੇ ਗਏ। 2 ਵਾਰ ਉਸ ਤੋਂ ਪਹਿਲਾਂ ਵੀ ਜਿਹੜੀ ਹੈ ਚੋਣ ਪ੍ਰਣਾਲੀ ਤੋਂ ਬਿਨਾਂ ਜਿਹੜੀ ਇਹਦੀ ਚੋਣ ਹੋਈ ਹੈ। 1925 ਦੇ ਵਿੱਚ ਜਦੋਂ ਗੁਰਦੁਆਰਾ ਐਕਟ ਦੇ ਵਿੱਚ ਇਹ ਆ ਜਾਂਦੀ ਹੈ ਔਰ ਉਦੋਂ ਜਿਹੜਾ ਹੈ VOTING ਸਿਸਟਮ ਇਸ ਦੇ ਅੰਦਰ ਐਂਟਰ ਕਰ ਦਿੱਤਾ ਜਾਂਦਾ ਹੈ। ਉਦੋਂ ਵੀ ਜਿਹੜਾ ਸੀ ਜਿਹੜੇ ਸੂਝਵਾਨ ਸੱਜਣ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਨਾ ਕਿ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਬਹੁਤ ਸਾਰੀਆਂ ਮਿਹਨਤਾਂ ਤੋਂ ਬਾਅਦ ਬਣੀ ਹੈ, ਜਾਂ ਬਹੁਤ ਸਾਰੇ ਆਪਾਂ ਕਹਿ ਲਈਏ ਕਿ ਜਿਹੜੇ ਸੁਚਾਰੂ ਜਿਹੜੇ ਲੋਕ ਸਨ ਜਿਹੜੇ ਉਸ ਟਾਈਮ ਤੇ ਜਿਨ੍ਹਾਂ ਨੂੰ ਸੋਚ ਸੀਗੀ, ਉਹਨਾਂ ਨੇ ਇਸ ਇਲੈਕਸ਼ਨ ਪ੍ਰੋਸੈਸ ਦਾ ਉਦੋਂ ਵਿਰੋਧ ਕੀਤਾ ਸੀ। ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਇਸ ਨੂੰ ਸਾਡੇ ਹੀ ਅਗੇਂਸਟ ਜਿਹੜਾ ਹੈ ਵਰਤਿਆ ਜਾਵੇਗਾ। ਔਰ ਦਰਸ਼ਕਾਂ ਨੂੰ ਇਹ ਵੀ ਦੱਸ ਚੱਲੇ ਕਿ ਵੋਟ ਸਿਸਟਮ ਦੀ ਵੀ ਜੇ ਆਪਾਂ ਗੱਲਬਾਤ ਕਰੀਏ ਉਹ ਵੀ ਸਹੀ ਤਰੀਕੇ ਦੇ ਨਾਲ ਨਹੀਂ ਹੁੰਦਾ। ਇੱਕ ਤਾਂ ਇਹ ਹੈ ਕਿ ਸਿੱਧੀ ਸੈਂਟਰ ਗਵਰਨਮੈਂਟ ਦੇ ਅੰਡਰ ਹੁੰਦਾ ਹੈ ਤੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਨੇ ਜਾਂ ਜਿਹੜਾ ਕਮਿਸ਼ਨਰ ਹੈ ਉਹ ਸਾਰਾ ਸੈਂਟਰ ਗਵਰਨਮੈਂਟ ਦੇ ਅੰਦਰ ਹੁੰਦਾ ਹੈ ਤੇ ਉਹਨਾਂ ਦੀ ਜਦੋਂ ਮਰਜ਼ੀ ਹੁੰਦੀ ਹੈ ਉਦੋਂ ਉਹ ਚੋਣ ਕਰਵਾਉਂਦੇ ਨੇ। ਹੁਣ ਤੁਹਾਡਾ ਸਵਾਲ ਹੋਏਗਾ ਕਿ ਇਹ ਕਿਸ ਤਰ੍ਹਾਂ, ਤੇ ਉਹ ਦਰਸ਼ਕਾਂ ਨੂੰ ਦੱਸ ਚਲੇ ਕਿ 1947 ਨੂੰ ਜਦੋਂ ਭਾਰਤ ਆਜ਼ਾਦ ਹੁੰਦਾ ਹੈ ਤੇ ਉਸ ਤੋਂ ਬਾਅਦ ਜੇ ਆਪਾਂ ਦੇਖ ਲਈਏ ਤਕਰੀਬਨ 70 ਸਾਲ ਦਾ ਜਿਹੜਾ ਸਮਾਂ ਹੈ ਅੱਜ ਤੱਕ ਜਿਹੜਾ ਬਣ ਜਾਂਦਾ ਹੈ, 73 ਸਾਲ ਦਾ ਸਮਾਂ। ਔਰ ਹਰ 5 ਸਾਲ ਬਾਅਦ ਚੋਣ ਹੋਣੀ ਹੈ ਤੇ ਹੁਣ ਤੱਕ ਚਾਹੀਦਾ ਤਾਂ ਇਹ ਸੀ ਕਿ ਤਕਰੀਬਨ 14 ਵਾਰ ਦੀ ਚੋਣ ਹੋ ਗਈ ਹੋਣੀ ਚਾਹੀਦੀ ਸੀ। ਪਰ ਅਮਨ ਤੁਸੀਂ ਹੈਰਾਨ ਹੋ ਜਾਵੋਗੇ ਕਿ ਇਹਨਾਂ 1947 ਤੋਂ ਬਾਅਦ ਇਹਨਾਂ 70-73 ਵਰਿਆਂ ਦੇ ਵਿੱਚ ਸਿਰਫ 5 ਵਾਰ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਹੋਈ ਹੈ। ਅੱਛਾ ਜੀ। ਔਰ ਇਸ ਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਸੈਂਟਰ ਨੇ ਜਿਹੜਾ ਹੈਗਾ ਨਾ ਕਿ ਆਪਣੀ ਹਮਾਇਤ ਵਾਲੀ ਧਿਰ ਨੂੰ ਜਿਹੜਾ ਹੈ ਗੁਰਦੁਆਰਿਆਂ ਦੇ ਉੱਤੇ ਕਾਬਜ਼ ਕਰਨਾ ਹੁੰਦਾ ਹੈ ਜਾਂ ਪੰਜਾਬ ਦੀ ਸਿੱਖ ਸਿਆਸਤ ਨੂੰ ਜਦੋਂ ਕੰਟਰੋਲ 'ਚ ਕਰਨਾ ਹੁੰਦਾ ਹੈ ਉਦੋਂ ਹੀ ਇਹਦੇ ਇਲੈਕਸ਼ਨਸ ਜਿਹੜੇ ਨੇ ਕਰਵਾਏ ਜਾਂਦੇ ਨੇ। ਜੇ ਆਪਾਂ ਦੇਖੀਏ ਕਿ 1979 ਦੇ ਵਿੱਚ ਇਲੈਕਸ਼ਨ ਹੁੰਦੇ ਨੇ, ਉਸ ਤੋਂ ਬਾਅਦ ਅਗਲੇ ਇਲੈਕਸ਼ਨ 1984 ਦੇ ਵਿੱਚ ਡਿਊ ਨੇ, ਪਰ 1984 ਦੇ ਵਿੱਚ ਇਲੈਕਸ਼ਨ ਨਹੀਂ ਹੁੰਦੇ। ਜਿਹੜੇ ਇਲੈਕਸ਼ਨ ਨੇ 1996 ਦੇ ਵਿੱਚ ਜਾ ਕੇ ਹੁੰਦੇ ਨੇ, ਉਹ ਵੀ ਉਦੋਂ ਹੁੰਦੇ ਨੇ ਜਦੋਂ ਬਾਦਲਾਂ ਨੂੰ ਇਸ ਦੇ ਉੱਤੇ ਕਾਬਜ਼ ਕਰਨਾ ਹੁੰਦਾ ਹੈ। ਮਤਲਬ ਸਾਰਾ ਕੁਝ ਇੱਕ ਪਲੈਨਿੰਗ ਦੇ ਤਹਿਤ ਹੁੰਦਾ ਹੈ, ਸਾਰਾ ਕੁਝ ਉਹ ਆਪਣੇ ਹਿਸਾਬ ਨਾਲ ਕੰਟਰੋਲ ਕਰਦੇ ਨੇ। ਫਿਰ ਉਸ ਤੋਂ ਬਾਅਦ ਜਿਹੜਾ ਹੈ 2004 ਦੇ ਵਿੱਚ ਇਲੈਕਸ਼ਨ ਹੁੰਦੇ ਨੇ, 2011 ਦੇ ਵਿੱਚ ਇਲੈਕਸ਼ਨ ਹੁੰਦੇ ਨੇ ਔਰ ਹੁਣ ਜਿਹੜਾ ਹੈਗਾ ਇਲੈਕਸ਼ਨ ਡਿਊ ਹੈਗੇ ਨੇ। ਤੇ ਹੁਣ ਆਪਾਂ 2020 ਦੇ ਵਿੱਚ ਜਿਹੜੇ ਅਸਾਰੇ ਲਗਾਏ ਜਾ ਰਹੇ ਨੇ ਕਿਉਂਕਿ ਚੋਣ ਕਮਿਸ਼ਨਰ ਜਿਹੜਾ ਲਗਾ ਦਿੱਤਾ ਗਿਆ ਹੈ ਗਵਰਨਮੈਂਟ ਵੱਲੋਂ ਤੇ ਉਸ ਦੇ ਹਿਸਾਬ ਨਾਲ ਸਾਰਿਆਂ ਨੇ ਆਪਣੀ ਆਪਣੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਚੋਣ ਕਮਿਸ਼ਨਰ ਲੱਗਣ ਤੋਂ 2 ਸਾਲ ਦਾ ਜਿਹੜਾ ਸਮਾਂ ਹੁੰਦਾ ਹੈ ਉਸ ਦੇ ਅੰਦਰ ਅੰਦਰ ਜਿਹੜੇ ਇਲੈਕਸ਼ਨ ਜਿਹੜੇ ਨੇ ਹੋਣੇ ਹੁੰਦੇ ਨੇ। ਔਰ ਹੁਣ ਇਲੈਕਸ਼ਨ ਹੋਣ ਦੀ ਉਮੀਦ ਵੀ ਹੈ ਕਿਉਂਕਿ ਚਾਰੇ ਬੰਨੇ ਜਿਹੜੀਆਂ ਕਾਰਵਾਈਆਂ ਨੇ ਉਹ ਚਾਲੂ ਹੋ ਚੁੱਕੀਆਂ ਨੇ। ਮਤਲਬ ਇਸ ਤਰੀਕੇ ਦੇ ਨਾਲ ਸੈਂਟਰ ਆਪਣੀ ਜਿਹੜੀ ਆਪਾਂ ਕਹਿ ਲਈਏ ਕਿ ਤਾਕਤ ਦੀ ਵਰਤੋਂ ਕਰਦੀ ਹੈ ਔਰ ਸ਼੍ਰੋਮਣੀ ਕਮੇਟੀ ਤੇ ਆਪਣਾ ਜਿਹੜਾ ਕਬਜ਼ਾ ਹੈ ਉਹ ਰੱਖਣਾ ਚਾਹੁੰਦੀ ਹੈ। ਜੀ ਤੁਸੀਂ 96 ਦੇ ਵਿੱਚ ਬਾਦਲਾਂ ਨੂੰ ਲਿਆਉਣ ਦੀ ਗੱਲ ਕੀਤੀ ਕਿ ਜਿਸ ਵੇਲੇ ਸਰਕਾਰਾਂ ਦਾ ਜ਼ੋਰ ਹੁੰਦਾ ਹੈ ਉਸ ਵੇਲੇ ਸੱਤਾ ਵੀ ਬਦਲ ਦਿੱਤੀ ਜਾਂਦੀ ਹੈ ਅਤੇ ਅਦਾਰਿਆਂ ਦੇ ਵਿੱਚ ਆਪਣੀ ਨੁਮਾਇੰਦਗੀ ਆਪਣੇ ਸਾਥੀਆਂ ਨੂੰ ਵੀ ਲਿਆ ਦਿੱਤਾ ਜਾਂਦਾ ਹੈ। ਅਸੀਂ ਇਹ ਵੇਖੀਏ ਕਿ ਅੱਜ ਵੀ ਬਾਦਲਾਂ ਦਾ ਰੌਲਾ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਜੀ ਕਿ ਬਾਦਲਾਂ ਨੂੰ ਬਦਲ ਦੇਣਾ ਜਾਂ ਉਹਨਾਂ ਦਾ ਕੋਈ ਬਦਲ ਲੱਭਣਾ ਕਿਸੇ ਵੀ ਵੱਖਰੇ ਧਿਰ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ SGPC ਦੇ ਅਧਾਰੇ ਚੰਗੇ ਤਰੀਕੇ ਦੇ ਨਾਲ ਕੰਮ ਕਰਨ ਕਿ ਇਹੀ ਇੱਕ ਵਿਕਲਪ ਬਚ ਜਾਂਦਾ ਹੈ ਜਾਂ ਉਸ ਤੋਂ ਇਲਾਵਾ ਕੁਝ ਹੋਰ ਵੀ? ਅਮਨ ਇਸ ਦੇ ਵਿੱਚ ਨਾ ਥੋੜੀ ਆਪਾਂ ਨੂੰ ਹੋਰ ਡੀਟੇਲ ਦੇ ਵਿੱਚ ਜੇ ਆਪਾਂ ਦੇਖੀਏ ਕਿ ਘੋਖ ਕਰਨ ਦੀ ਲੋੜ ਹੈਗੀ ਹੈ। ਸਰਦਾਰ ਅਜਮੇਰ ਸਿੰਘ ਜੋ ਕਿ ਸਿੱਖ ਚਿੰਤਕ ਨੇ, ਸਿੱਖ ਵਿਦਵਾਨ ਨੇ, ਉਹਨਾਂ ਨੇ ਕਿਹਾ ਸੀ ਕਿ ਬਾਦਲ ਜਿਹੜਾ ਹੈ ਇਹ ਇਕੱਲਾ ਕਿਸੇ ਬੰਦੇ ਦਾ ਨਾਮ ਨਹੀਂ ਹੈ, ਇਹ ਅੱਜ ਇੱਕ ਸਿਸਟਮ ਬਣ ਚੁੱਕਿਆ ਹੈ। ਤੁਸੀਂ ਕਹੋਗੇ ਕਿ ਸਿਸਟਮ ਕਿਵੇਂ ਬਣ ਚੁੱਕਿਆ ਹੈ? ਉਹ ਸਿਸਟਮ ਇਹੋ ਜਿਹਾ ਬਣ ਚੁੱਕਿਆ ਹੈ ਕਿ ਉਸ ਦੇ ਵਿੱਚ ਤੁਸੀਂ ਜਿਹੜੇ ਵੀ ਬੰਦੇ ਨੂੰ ਪਾਓਗੇ ਉਹ ਬਾਦਲ ਹੀ ਬਣੇਗਾ। ਮਤਲਬ ਇੱਕ ਇਲੈਕਸ਼ਨ ਦਾ ਜਿਹੜਾ ਕਰਪਟ ਸਿਸਟਮ ਹੈ ਉਸ ਦੇ ਵਿੱਚ ਤੁਸੀਂ ਜਿੱਧਰੋਂ ਮਰਜ਼ੀ ਆ ਜਾਓ। ਜਦੋਂ ਜੇ ਆਪਾਂ ਕਹਿ ਲਈਏ ਜੇ ਆਪਾਂ ਭਾਰਤੀ ਸਟੇਟ ਦੀ ਗੱਲ ਕਰ ਲਈਏ ਜਾਂ ਜਿਹੜਾ VOTING ਸਿਸਟਮ ਹੈ ਤੇ ਜੇ ਆਪਾਂ ਉਹਦੇ ਨਾਲ ਥੋੜਾ ਜਿਹਾ ਕੰਪੇਅਰ ਕਰਕੇ ਦੇਖੀਏ ਉਹ ਵੀ ਇੱਕ ਤਰ੍ਹਾਂ ਦਾ ਇਹੀ ਸਿਸਟਮ ਹੀ ਹੈ। ਹੁਣ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਜੀ ਅਸੀਂ ਉਹਨਾਂ ਨੂੰ ਬਦਲ ਕੇ ਆਪ ਬਦਲ ਬਣ ਕੇ ਆਵਾਂਗੇ ਤੇ ਅਸੀਂ ਸਾਰਾ ਕੁਝ ਸਹੀ ਕਰ ਦੇਵਾਂਗੇ। ਇਸ VOTING ਸਿਸਟਮ ਦੇ ਵਿੱਚ ਇਹ ਚੀਜ਼ਾਂ ਪੋਸੀਬਲ ਨਹੀਂ ਹਨ। ਥੋੜਾ ਜਿਹਾ ਆਪਾਂ ਦਰਸ਼ਕਾਂ ਨੂੰ ਪਿੱਛੇ ਲੈ ਚੱਲਦੇ ਹਾਂ। ਜਦੋਂ ਆਮ ਆਦਮੀ ਪਾਰਟੀ ਆਈ ਸੀ, ਜਦੋਂ ਆਪਾਂ ਦੇਖੀਏ ਕਿ ਅੰਨਾ ਹਜ਼ਾਰੇ ਨੇ ਜਿਹੜਾ ਅੰਦੋਲਨ ਲਗਾਇਆ ਸੀ ਉਸ ਤੋਂ ਆਮ ਆਦਮੀ ਪਾਰਟੀ ਨਿਕਲੀ ਸੀ ਔਰ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਪੂਰੇ ਸਿਸਟਮ ਨੂੰ ਬਦਲ ਦੇਵਾਂਗੇ। ਪਰ ਆਪਾਂ ਦੇਖਿਆ ਕਿ ਕੋਈ ਬਹੁਤਾ ਜ਼ਿਆਦਾ ਸਮਾਂ ਨਹੀਂ ਨਿਕਲਿਆ, ਤਕਰੀਬਨ 3 ਜਾਂ 4 ਸਾਲ ਜਾਂ 5 ਸਾਲ ਹੋ ਗਏ ਹੋਣਗੇ। ਉਸੇ ਤਰੀਕੇ ਦੇ ਨਾਲ ਆਪ ਬਦਲ ਗਏ ਪਰ ਉਹ ਜਿਹੜਾ ਆਪਾਂ ਕਹਿ ਲਈਏ ਕਿ ਸਿਸਟਮ ਨੂੰ ਬਦਲ ਨਹੀਂ ਸਕੇ। ਹੁਣ ਅੱਜ ਉਹਨਾਂ ਵੱਲੋਂ ਵੀ ਉਹੀ ਕੁਝ ਹੁੰਦਾ ਹੈ ਜੋ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ, ਉਸੇ ਤਰੀਕੇ ਦੇ ਬਿਆਨ ਉਹਨਾਂ ਦੇ ਆਉਂਦੇ ਨੇ, ਉਸੇ ਤਰੀਕੇ ਦੀ ਜਿਹੜੀ ਪੋਲਿਟਿਕਸ ਹੈ ਉਹ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਜਿਹੜਾ ਇਲੈਕਸ਼ਨ ਦਾ ਜਿਹੜਾ ਸਿਸਟਮ ਹੈਗਾ ਹੈ ਨਾ ਇਹ ਕਿਤੇ ਨਾ ਕਿਤੇ ਸਿੱਖਾਂ ਦਾ ਸਿਸਟਮ ਨਹੀਂ ਹੈ। ਇਹ ਚੀਜ਼ ਸਾਨੂੰ ਅੱਜ ਮੰਨਣੀ ਪਵੇਗੀ। ਹੁਣ ਸਾਡੇ ਉੱਤੇ ਪਾ ਇਸ ਤਰੀਕੇ ਦੇ ਨਾਲ ਦਿੱਤਾ ਗਿਆ ਹੈ ਕਿ ਸਾਨੂੰ ਇਸ ਨੂੰ ਜਿਹੜਾ ਇਸ ਦੇ ਵਿੱਚੋਂ ਪ੍ਰੋਸੈਸ ਦੇ ਵਿੱਚੋਂ ਜਾਣਾ ਪੈਂਦਾ ਹੈ। ਤੇ ਹੁਣ ਤੁਸੀਂ ਕਿਹਾ ਕਿ ਹੁਣ ਇਸ ਦੇ ਵਿੱਚ ਕੀ ਹੋਏਗਾ। ਹੁਣ ਇਸ ਦੇ ਵਿੱਚ ਜੇ ਆਪਾਂ ਹੁਣ ਵਾਲੀਆਂ ਗੱਲ ਕਰ ਲਈਏ ਨਾ ਕਿ
ਬਹੁਤ ਸਾਰੀਆਂ ਛੋਟੀਆਂ ਧਿਰਾਂ ਜਿਹੜੀਆਂ ਨੇ ਉਹ ਖੜੀਆਂ ਹੋਈਆਂ ਨੇ, ਚਾਹੇ ਉਸ ਦੇ ਵਿੱਚ ਭਾਈ ਬਲਦੇਵ ਸਿੰਘ ਬਡਾਲਾ ਵਾਲੀ ਧਿਰ ਹੋਵੇ ਜਾਂ ਸਿੰਘ ਸਾਹਿਬ ਜਿਹੜੇ ਰਣਜੀਤ ਸਿੰਘ ਸਾਬਕਾ ਜਥੇਦਾਰ ਰਹਿ ਚੁੱਕੇ ਹੁਣ ਉਹਨਾਂ ਦੀ ਧਿਰ ਹੋਵੇ। ਹੁਣ ਤੇ ਈਵਨ ਹੋਰ ਵੀ ਬਹੁਤ ਸਾਰੀਆਂ ਧਿਰਾਂ ਨੇ, ਕੁਝ ਪੰਥਕ ਧਿਰਾਂ ਨੇ, ਉਹ ਵੀ ਇਸ ਦੇ ਵਿੱਚ ਆ ਗਈਆਂ ਨੇ। ਔਰ ਹੋਣਾ ਕੀ ਹੈ ਕਿ ਕਿਤੇ ਨਾ ਕਿਤੇ ਜਿਹੜੀਆਂ ਵੋਟਾਂ ਨੇ ਉਹ ਵੰਡੀਆਂ ਜਾਣੀਆਂ ਨੇ। ਤੁਸੀਂ ਇਹ ਦੇਖ ਲਓ ਵੀ ਜੇ ਤੁਹਾਡੇ ਕੋਲ ਟੋਟਲ ਆਪਾਂ ਲਾ ਲਈਏ ਵੀ 10 ਵੋਟਾਂ ਹੈਗੀਆਂ ਨੇ ਤੇ 10 ਦੇ ਵਿੱਚੋਂ ਜੇ ਆਪਾਂ ਕਹਿ ਲਈਏ ਕਿ ਜੇ 5 6 7 ਪਾਰਟੀਆਂ ਖੜ ਜਾਂਦੀਆਂ ਨੇ, ਉਹ ਸਾਰੀਆਂ ਜੇ ਇੱਕ ਵੋਟ ਵੀ ਲੈ ਲੈਣਗੀਆਂ ਤਾਂ ਜਿਹੜਾ ਜੇਤੂ ਹੋਵੇਗਾ ਉਹ 3 ਵੋਟਾਂ ਵਾਲਾ ਹੋਵੇਗਾ, ਕਿਉਂਕਿ ਸੱਤਾਂ ਦੇ ਕੋਲ ਜੇ ਆਪਾਂ ਕਹਿ ਲਈਏ ਜੇ 7 ਪਾਰਟੀਆਂ ਨੇ ਉਹਨਾਂ ਕੋਲ ਇੱਕ ਵੋਟ ਆ ਗਈ, ਜਿਸ ਦੇ ਕੋਲ 3 ਵੋਟਾਂ ਆ ਗਈਆਂ ਉਹ ਜੇਤੂ ਕਰਾਰ ਹੋਵੇਗਾ। ਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹ ਕੀ ਕਰਦੀਆਂ ਨੇ ਕਿ ਆਪਣੀਆਂ ਹੀ ਕੁਝ ਪਾਰਟੀਆਂ ਨੂੰ ਅੱਗੇ ਖੜੀਆਂ ਕਰ ਦਿੰਦੀਆਂ ਨੇ, ਆਪਣੇ ਹੀ ਖਿਲਾਫ ਪ੍ਰਚਾਰ ਕਰਾਉਂਦੀਆਂ ਨੇ। ਇਹ ਜਿਹੜੀ ਚੀਜ਼ ਹੈ ਇਹ ਆਪਾਂ ਕਹਿ ਲਈਏ ਕਿ ਸਿੱਖ ਚਿੰਤਕਾਂ ਨੂੰ ਜਾਂ ਜਿੰਨੀਆਂ ਵੀ ਧਿਰਾਂ ਜੇ ਸੁਹਿਰਦ ਧਿਰਾਂ ਹੈਗੀਆਂ ਨੇ, ਜੇ ਆਪਣੇ ਆਪ ਨੂੰ ਅਸਲ ਦੇ ਵਿੱਚ ਉਹ ਸੁਹਿਰਦ ਮੰਨਦੀਆਂ ਨੇ ਤੇ ਉਹਨਾਂ ਨੂੰ ਜਿਹੜਾ ਹੈ ਰਲ ਕੇ ਲੜਨਾ ਪਵੇਗਾ। ਫਿਰ ਹੀ ਜੇ ਆਪਾਂ ਕਹੀਏ ਕਿ ਇਸ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੇਗੀ ਜਾਂ ਫਿਰ ਹੀ ਜਿਹੜਾ, ਕਿਉਂਕਿ ਅੱਜ ਜ਼ਿਆਦਾ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਬਾਦਲਾਂ ਵੱਲੋਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਵਾਪਸ ਲਈ ਜਾਵੇਗੀ ਜਾਂ ਉਹਨਾਂ ਦਾ ਕਬਜ਼ਾ ਨਹੀਂ ਹੋਵੇਗਾ। ਪਰ ਜੇ ਛੋਟੀਆਂ ਧਿਰਾਂ ਇਸ ਤਰੀਕੇ ਨਾਲ ਲੜਨਗੀਆਂ ਤੇ ਉਹਨਾਂ ਦੀ ਜਿਹੜੀ ਪੈਟ ਵੋਟ ਹੈ ਜਿਹੜੀ ਉਹਨਾਂ ਨੂੰ ਪੈਣੀ ਹੈ, ਜਾਂ ਜੋ ਹੱਥਕੰਡੇ ਜਾਂ ਉਹਨਾਂ ਦਾ ਜੋ ਢਾਂਚਾ ਹੈਗਾ ਹੈ ਜਿਸ ਤਰੀਕੇ ਨਾਲ ਸਿਰਜਿਆ ਗਿਆ ਹੈ, ਤੇ ਉਸ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਦੁਬਾਰਾ ਕਾਬਜ਼ ਹੋ ਜਾਣਾ ਹੈਗਾ। ਤੇ ਕੱਲਾ ਬਾਦਲਾਂ ਨੂੰ ਹਟਾਉਣਾ ਵੀ ਸੋਲੂਸ਼ਨ ਨਹੀਂ ਹੈਗਾ, ਇਹ ਸਿਸਟਮ ਨੂੰ ਜਿਹੜਾ ਹੈ ਉਸ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ। ਤੁਸੀਂ ਕਿਹਾ ਕਿ ਬਾਕੀ ਦੀਆਂ ਸੁਹਿਰਦ ਧਿਰਾਂ ਦੇ ਵਿੱਚ ਹਰੇਕ ਇਹੀ ਕਹਿੰਦਾ ਹੈ ਕਿ ਅਸੀਂ ਉੱਥੇ ਜੀ ਜਿਹੜੇ ਨਰੈਣੂ ਮਹੰਤ ਹੈਗੇ ਆ ਉਹਨਾਂ ਨੂੰ ਬਾਹਰ ਕੱਢਣਾ ਹੈਗਾ, ਪਰ ਕੋਈ ਵੀ ਇਸ ਗੱਲ 'ਚ ਨਹੀਂ ਆਉਂਦਾ ਕੀ ਗੁਰੂ ਸਾਹਿਬ ਨੇ ਸਾਨੂੰ ਵੋਟਿੰਗ ਸਿਸਟਮ ਦਿੱਤਾ ਸੀ, ਕਿਉਂ ਨਹੀਂ ਇੱਕ ਡਿਸਕਸ਼ਨ ਇਸ ਪਾਸੇ ਲੈ ਕੇ ਜਾਈ ਜਾਂਦੀ ਕਿ ਜੀ ਇਹ ਜਿਹੜਾ ਸਿਸਟਮ ਹੈ ਇਹ ਸਿਸਟਮ ਹੀ ਗਲਤ ਹੈ। ਔਰ ਜਿਹੜਾ ਸਾਨੂੰ ਆਪਣਾ ਸਿਸਟਮ, ਕਿਉਂਕਿ ਗੁਰਦੁਆਰੇ ਤੇ ਸਿੱਖਾਂ ਦੇ ਨੇ ਨਾ, ਕੋਈ ਉੱਥੇ ਪੋਲੀਟੀਕਲ ਪਾਰਟੀ ਦੀ ਤੇ ਇਲੈਕਸ਼ਨ ਹੋ ਨਹੀਂ ਰਹੀ। ਔਰ ਬੜੀ ਹੈਰਾਨੀ ਇਹ ਹੁੰਦੀ ਹੈ ਕਿ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪਤਾ ਸੀ, ਗੋਰਿਆਂ ਨੂੰ ਵੀ ਪਤਾ ਸੀ, ਹੁਣ ਵਾਲੇ ਹੁਕਮਰਾਨਾਂ ਨੂੰ ਵੀ ਪਤਾ ਹੈ ਕਿ ਜੇ ਸਿੱਖਾਂ ਨੂੰ ਕੰਟਰੋਲ ਕਰਨਾ ਹੈ ਇਹਨਾਂ ਦੇ ਗੁਰਦੁਆਰੇ ਕੰਟਰੋਲ ਕਰਨੇ ਪੈਣਗੇ, ਫਿਰ ਗੁਰਦੁਆਰਿਆਂ ਤੋਂ ਜਿਹੜਾ ਪ੍ਰਚਾਰ ਹੈ ਆਪਣੇ ਤਰੀਕੇ ਦੇ ਨਾਲ ਕਰਨਾ ਪਵੇਗਾ। ਜਦੋਂ ਅਸੀਂ ਇਹਨਾਂ ਨੂੰ ਪੂਰਾ ਕੰਟਰੋਲ ਕਰਕੇ ਰੱਖਾਂਗੇ ਤੇ ਇਹ ਦੁਬਾਰਾ ਜਿਹੜਾ ਹੈ ਉੱਠ ਨਹੀਂ ਸਕਣਗੇ। ਉਸੇ ਤਹਿਤ ਹੀ ਇਹ ਜਿਹੜੀ ਸਾਰੀ ਪਲੈਨਿੰਗ ਜਿਹੜੀ ਹੈ ਚੱਲਦੀ ਹੈ, ਜੋ ਅਸੀਂ ਹੁਣ ਤੱਕ ਜੇ ਆਪਾਂ ਕਹੀਏ ਕਿ ਚਿੰਤਕਾਂ ਨੂੰ ਰੀਡ ਕੀਤਾ ਹੈ ਜਾਂ ਉਹਨਾਂ ਕੋਲੋਂ ਪੁੱਛਿਆ ਹੈ ਜਾਂ ਜੋ ਵੀ ਇੰਟਰਵਿਊਜ਼ ਹੋਈਆਂ ਨੇ ਉਹਨਾਂ ਤੋਂ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ। ਜੀ ਅਮਨ, ਬਿਲਕੁਲ ਜਿਸ ਤਰੀਕੇ ਦੇ ਨਾਲ ਅਸੀਂ ਇਸ ਸਾਰੇ ਪ੍ਰੋਸੈਸ ਨੂੰ ਸਮਝਣ ਦੀ ਜੇਕਰ ਕੋਸ਼ਿਸ਼ ਕਰ ਰਹੇ ਹਾਂ ਤਾਂ ਬਾਕੀ ਜਿਹਨਾਂ ਸੁਹਿਰਦ ਧਿਰਾਂ ਦੀ ਗੱਲ ਕਰ ਰਹੇ ਹਾਂ ਅੱਜ ਉਹਨਾਂ ਦੇ ਵਿੱਚ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ RSS ਦੇ ਵੱਲੋਂ ਕਿ ਅਸੀਂ ਵੀ ਦਖਲਅੰਦਾਜ਼ੀ ਦੇ ਰਹੀਏ, ਤੇ ਇਹ ਵੀ ਮਾਮਲਾ ਪੂਰਨ ਤਰੀਕੇ ਦੇ ਨਾਲ ਤੂਲ ਫੜਦਾ ਹੋਇਆ ਅੱਜ ਨਜ਼ਰ ਆ ਰਿਹਾ ਹੈ ਕਿ SGPC ਚੋਣਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਦੇ ਲਈ RSS ਵੀ ਆਪਣਾ ਕਹਿ ਲਈਏ ਧਿਰ ਤਿਆਰ ਕਰ ਰਹੀ ਹੈ ਜਾਂ ਇੱਕ ਕਿਸੇ ਵੀ ਸੁਹਿਰਦ ਧਿਰ ਦੇ ਵਿੱਚ ਰਲੇਵਾਂ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਮਕਸਦ ਕਿ SGPC ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕਾਬਜ਼ ਹੋ ਸਕਣ RSS ਦੀ ਨੁਮਾਇੰਦਗੀ ਕਰਨ ਵਾਲੇ ਕੁਝ ਵੀ ਆਗੂ ਜਾਂ ਆਗੂਆਂ ਦੇ ਅੱਗੇ ਚਿੰਤਕ ਜਾਂ ਉਹਨਾਂ ਦੇ ਵੀ ਅੱਗੇ ਕਨੈਕਸ਼ਨਸ ਜਿਨ੍ਹਾਂ ਦੀ ਅਸੀਂ ਗੱਲ ਕਰ ਲੈਂਦੇ ਹਾਂ। ਜੀ ਬਿਲਕੁਲ। ਰਾਸ਼ਟਰੀ ਸਿੱਖ ਸੰਗਤ ਜੋ RSS ਦੀ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਇੱਕ ਜਿਹੜੀ ਹੈਗੀ ਆਪਾਂ ਕਹਿ ਲਈਏ ਕਿ ਧਾਰਾ ਹੈਗੀ ਹੈ, ਉਹਨਾਂ ਵੱਲੋਂ ਜਿਹੜਾ ਹੈ ਹੁਣ ਅੱਜ ਐਲਾਨ ਕੀਤਾ ਗਿਆ ਹੈ, ਅੱਜ ਸਵੇਰ ਦੀਆਂ ਹੀ ਖਬਰਾਂ ਆ ਰਹੀਆਂ ਸਨ, ਉਹਨਾਂ ਨੇ ਆਪਣਾ ਜਿਹੜਾ ਹੈਗਾ ਐਲਾਨ ਕੀਤਾ ਕਿ ਅਸੀਂ ਜਿਹੜੀਆਂ ਹੈਗੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਪਾਰਟਿਸਿਪੇਸ਼ਨ ਕਰਾਂਗੇ। ਹੁਣ ਅਮਨ ਬੜੀ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਥੋੜੀ ਜਿਹੀ ਘੋਖ ਕਰਦੇ ਹਾਂ ਨਾ ਤੇ 2004 ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਖਿਲਾਫ ਇੱਕ ਹੁਕਮਨਾਮਾ ਜਿਹੜਾ ਹੈ ਉਹ ਜਾਰੀ ਹੁੰਦਾ ਹੈ, ਔਰ ਉਹ ਉਦੋਂ ਵੀ ਜਿਹੜਾ ਹੈ ਸ਼ਤਾਬਦੀ ਸਮਾਰੋਹ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨ ਉਹਨਾਂ ਨੂੰ ਲੈ ਕੇ ਇੱਕ ਹੁਕਮਨਾਮਾ ਆਉਂਦਾ ਹੈ, ਜਿਸ ਦੇ ਵਿੱਚ ਕਿਹਾ ਜਾਂਦਾ ਹੈ, ਥੋੜੀ ਜਿਹੀ ਆਪਾਂ ਤੁਹਾਨੂੰ ਦੱਸਦੇ ਚੱਲੀਏ ਕਿ ਕਿੰਨੀ ਤਰੀਕ ਕੀ ਸੀਗੀ, ਸਾਰਾ ਹੁਕਮਨਾਮਾ ਸਾਡੇ ਕੋਲ ਪਿਆ ਹੋਇਆ ਹੈ। ਉਸ ਦੇ ਵਿੱਚ ਹੈਗਾ ਇਹ 23/7/2004 ਦਾ ਹੈ, ਔਰ ਇਸ ਦਾ ਜਿਹੜਾ ਸਪੈਸ਼ਲ ਜੇ ਆਪਾਂ ਕਹਿ ਲਈ ਕਿ ਇੱਕ ਅੰਕ ਨੰਬਰ ਵੀ ਹੈ ਜੋ ਕਿ 343207 ਹੈ, ਔਰ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਪੰਥ ਵਿਰੋਧੀ RSS ਰਾਸ਼ਟਰੀ ਸਿੱਖ ਸੰਗਤ ਜਥੇਦਾਰੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਪੰਥ ਵਿਰੋਧੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ। ਇਹ ਉਸ ਦੇ ਵਿੱਚ ਉਹਦੀ ਐਗਜ਼ੈਕਟ ਵਰਡਿੰਗ ਹੈਗੀ ਹੈ। ਇਸ ਵੱਲੋਂ ਆਪਣੀ ਇਸ ਕੋਝੀ ਹਰਕਤ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਦਾ ਸਹਿਯੋਗ ਹਾਸਲ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਤੇ ਹੋਰ ਤਖਤ ਸਾਹਿਬਾਨਾਂ ਦੇ ਸਹਿਯੋਗ ਪ੍ਰਾਪਤ ਕਰਨ ਦਾ ਗੁੰਮਰਾਹ ਕਰਨ ਜਿਹੜਾ ਪ੍ਰਚਾਰ ਹੈ ਕੀਤਾ ਜਾ ਰਿਹਾ ਹੈ। ਸਿੱਖ ਪੰਥ ਦੀ ਆਨ ਮਾਨ ਅਤੇ ਸ਼ਾਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਵਿਰੋਧੀ ਕਿਸੇ ਜਥੇਬੰਦੀ ਦਾ ਜਿਹੜਾ ਹੈ ਕਦਾਚਿਤ ਵੀ ਕਿਸੇ ਕਿਸਮ ਦਾ ਸਹਿਯੋਗ ਨਹੀਂ ਦਿੱਤਾ ਗਿਆ ਤੇ ਨਾ ਹੀ ਦਿੱਤਾ ਜਾਵੇਗਾ।
ਸਮੂਹ ਸਿੱਖ ਸੰਗਤਾਂ ਨੂੰ, ਸਿੱਖ ਸਭਾਵਾਂ ਨੂੰ, ਸਿੱਖ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ ਨੂੰ, ਗੁਰਦੁਆਰਾ ਸਾਹਿਬਾਨ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਪੰਥ ਵਿਰੋਧੀ ਰਾਸ਼ਟਰੀ ਸਿੱਖ ਸੰਗਤ ਜਥੇਬੰਦੀ ਦਾ ਜਿਹੜਾ ਹੈ ਕੋਈ ਵੀ ਸਹਿਯੋਗ ਨਾ ਦਿੱਤਾ ਜਾਵੇ ਅਤੇ ਇਸ ਜਥੇਬੰਦੀ ਨੂੰ ਕਿਸੇ ਕਿਸਮ ਦਾ ਸਹਿਯੋਗ ਨਾ ਦੇਣ। ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸ਼ਤਾਬਦੀ ਸਮਾਰੋਹਾਂ ਨੂੰ ਪੰਥਕ ਜਾਹੋ ਜਲਾਲ ਤੇ ਧੂਮਧਾਮ ਨਾਲ ਮਨਾਉਣ ਲਈ ਪ੍ਰੋਗਰਾਮ ਜਿਹੜੇ ਉਲੀਕੇ ਗਏ ਹਨ, ਸਿਰਫ ਉਹਨਾਂ ਦੇ ਵਿੱਚ ਹੀ ਸੰਗਤਾਂ ਜਿਹੜੀਆਂ ਨੇ ਸਹਿਯੋਗ ਦੇਣ। ਔਰ ਇਸ ਦੇ ਵਿੱਚ ਜਿਹੜੇ ਸਿਗਨੇਚਰ ਜੇ ਆਪਾਂ ਕਹਿ ਲਈਏ ਕਿ ਉਸ ਟਾਈਮ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਸਿੰਘ ਸਾਹਿਬ ਜੋਗਿੰਦਰ ਸਿੰਘ ਜੀ, ਉਹਨਾਂ ਦੇ ਸਿਗਨੇਚਰ ਹਨ। ਫਿਰ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ, ਉਹਨਾਂ ਦੇ ਸਿਗਨੇਚਰ ਹਨ। ਫਿਰ ਉਸ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਤਰਲੋਚਨ ਸਿੰਘ ਜੀ ਜਥੇਦਾਰ ਸਨ, ਉਹਨਾਂ ਦੇ ਸਿਗਨੇਚਰ ਹਨ। ਫਿਰ ਉਸ ਤੋਂ ਬਾਅਦ ਦਮਦਮਾ ਸਾਹਿਬ ਤੋਂ ਜਿਹੜੇ ਜਥੇਦਾਰ ਸਨ, ਉਹਨਾਂ ਦੇ ਸਿਗਨੇਚਰ ਸਨ। ਮਤਲਬ ਆਪਾਂ ਕਹਿ ਲਈਏ ਕਿ ਤਕਰੀਬਨ 4 ਤਖਤਾਂ ਦੇ ਜਥੇਦਾਰਾਂ ਦੇ ਇਸ ਦੇ ਉੱਤੇ ਜਿਹੜੇ ਸਿਗਨੇਚਰ ਹਨ। ਤੇ ਉਸ ਟਾਈਮ ਜੋ ਸਿੰਘ ਸਾਹਿਬ ਗੁਰਬਚਨ ਸਿੰਘ ਜੀ ਜੋ ਕਿ ਹੈੱਡ ਗ੍ਰੰਥੀ ਉਸ ਟਾਈਮ ਤੇ ਸੀਗੇ, ਉਹਨਾਂ ਦੇ ਵੀ ਇਸ ਦੇ ਉੱਤੇ ਦਸਤਖਤ ਹਨ। ਹੁਣ ਇਹ ਆਪਣੇ ਆਪ ਦੇ ਵਿੱਚ ਬੜਾ ਸਵਾਲੀਆ ਚਿੰਨ੍ਹ ਹੋਏਗਾ ਕਿ 2004 ਦੇ ਵਿੱਚ ਇੱਕ ਜਥੇਬੰਦੀ ਨੂੰ ਇੰਨਾ ਕੁਝ ਕਿਹਾ ਜਾਂਦਾ ਹੈ ਤੇ ਇੰਨੇ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਕੁਝ ਬਦਲ ਗਿਆ। ਜੋ ਉਹਨਾਂ ਵੱਲੋਂ, ਜੋ RSS ਵੱਲੋਂ ਕਿਹਾ ਜਾ ਰਿਹਾ, ਉਹ ਇਹ ਕਹਿ ਰਹੇ ਹਨ ਕਿ ਇਹ ਸਿਰਫ ਜੀ ਉਹਨਾਂ ਸਮਾਗਮਾਂ ਦੇ ਲਈ ਸੀ, ਸਾਡੇ ਤੇ ਹੁਣ ਕੋਈ ਪਾਬੰਦੀ ਨਹੀਂ ਹੈ। ਹੁਣ ਇਹ ਦੇਖਣਾ ਇਹ ਪਵੇਗਾ ਕਿ ਕੀ ਇਹ ਸਹੀ ਤਰੀਕੇ ਦੇ ਨਾਲ ਉਸ ਤੋਂ ਬਾਅਦ ਜੋ ਵਿਚਰਦੇ ਆਏ ਨੇ ਜਾਂ ਕਦੀ ਇਹਨਾਂ ਦਾ ਵਿਰੋਧ ਹੋਇਆ ਹੈ। ਤੇ ਆਪਾਂ ਨੂੰ ਇਹ ਮਿਲਦਾ ਹੈਗਾ ਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 550 ਸਾਲਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਇੱਕ ਵੱਡੀ ਜਿਹੜੀ ਗ੍ਰਾਂਟ ਹੈ ਉਹ ਇਹਨਾਂ ਨੂੰ ਮਿਲੀ ਹੈਗੀ ਆ ਭਾਰਤ ਦੀ ਸਰਕਾਰ ਵੱਲੋਂ। ਔਰ ਉਸ ਦੇ ਵਿੱਚ ਇਹਨਾਂ ਨੂੰ ਇਹ ਸੀ ਕਿ ਇਹਨਾਂ ਨੇ ਸਮਾਗਮ ਜਿਹੜੇ ਨੇ ਜਾਂ ਸ਼ਤਾਬਦੀ ਸਮਾਰੋਹ ਨੇ ਉਹ ਮਨਾਉਣੇ ਹੈਗੇ ਨੇ। ਔਰ ਉਸ ਦਾ ਵੀ ਜਿਹੜਾ ਹੈ ਸਿੱਖ ਸੰਗਤਾਂ ਵੱਲੋਂ ਭਰਵਾਂ ਵਿਰੋਧ ਜਿਹੜਾ ਹੈ ਸਮੇਂ-ਸਮੇਂ ਤੇ ਹੁੰਦਾ ਆਇਆ ਹੈ। ਕੁਛ ਆਪਾਂ ਕਹਿ ਲਈਏ ਕਿ ਸਿੱਖ ਵੇਸ਼ ਭੂਸ਼ਾ ਵਾਲੇ ਜਿਹੜੇ ਸੈਕਟ ਹੈਗੇ ਨੇ ਜਾਂ ਉਹ ਬਾਹਰੋਂ ਦੇਖਣ ਨੂੰ ਤੇ ਸਿੱਖੀ ਸਰੂਪ ਦੇ ਵਿੱਚ ਹਨ, ਪਰ ਉਹ ਸਿੱਖਾਂ ਨੂੰ ਇੱਕ ਹਿੰਦੂ ਧਰਮ ਦਾ ਅੰਗ ਮੰਨਦੇ ਹਨ। ਉਹ ਇਹਨਾਂ ਦੇ ਸਮਾਗਮਾਂ ਦੇ ਵਿੱਚ ਜਿਹੜੇ ਨੇ ਸ਼ਿਰਕਤ ਕਰਦੇ ਰਹੇ ਨੇ, ਉਹਨਾਂ ਦੀਆਂ ਤਸਵੀਰਾਂ ਵੀ ਆਮ ਆਉਂਦੀਆਂ ਰਹੀਆਂ ਨੇ, ਪਰ ਕਿਸੇ ਵੀ ਸਿੱਖ ਸੰਸਥਾ ਵੱਲੋਂ ਸਿੱਧੇ ਰੂਪ ਦੇ ਵਿੱਚ ਇਹਨਾਂ ਦੇ ਸਮਾਗਮਾਂ ਦੇ ਵਿੱਚ ਨਹੀਂ ਜਾਇਆ ਗਿਆ। ਔਰ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਜਿਹੜੇ ਸਮਾਗਮ ਹੁੰਦੇ ਸੀ ਨਾ, ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਨਹੀਂ ਸੀ ਹੁੰਦੇ। ਇਹ ਵੱਖਰੇ ਤੌਰ ਤੇ ਟੇਬਲ ਕੁਰਸੀਆਂ ਤੇ ਬਹਿ ਕੇ ਇਦਾਂ ਦੇ ਜਿਹੜੇ ਸਮਾਗਮ ਸੀ ਇਹ ਮਨਾਏ ਗਏ ਸੀ। ਔਰ ਅਕਾਲ ਚੈਨਲ ਨੇ ਉਦੋਂ ਵੀ ਇਹਦੀ ਜਿਹੜੀ ਕਵਰੇਜ ਹੈ ਸਮੇਂ-ਸਮੇਂ ਤੇ ਕਰਦੇ ਰਹੇ ਨੇ। ਹੁਣ ਇਹ ਸੰਗਤ ਨੇ ਦੇਖਣਾ ਹੈ, ਕਿਉਂਕਿ ਅਸੀਂ ਤੇ ਐਜ਼ ਏ ਮੀਡੀਆ ਜਿਹੜੇ ਫੈਕਟਸ ਹੁੰਦੇ ਨੇ ਉਹ ਕੱਢ ਕੇ ਤੁਹਾਡੇ ਤੱਕ ਲੈ ਕੇ ਆਉਣੇ ਨੇ ਕਿ ਆਹ ਕੁਝ ਵਾਪਰਿਆ ਹੈ ਤੇ ਆਹ ਕੁਝ ਹੁਣ ਸਮੇਂ ਦੇ ਵਿੱਚ ਵਾਪਰ ਰਿਹਾ ਹੈ। ਹੁਣ ਇਹ ਸੰਗਤ ਨੇ ਦੇਖਣਾ ਹੈ ਕਿ ਕੀ ਹੁਣ ਉਹ ਤਖਤਾਂ ਦੀ ਵੈਲਿਊ ਨਹੀਂ ਰਹਿ ਗਈ, ਜਾਂ ਕੀ ਹੁਣ ਜੇ ਕਹੀਏ ਕਿ ਕੋਈ ਤਖਤਾਂ ਤੋਂ ਉੱਪਰ ਦੀ ਚੀਜ਼ ਵੀ ਆ ਗਈ ਹੈ ਕਿ RSS ਨੂੰ ਦੁਬਾਰਾ ਜਿਹੜਾ ਗੁਰਦੁਆਰਿਆਂ ਦੇ ਉੱਤੇ ਕਾਬਜ਼ ਕਰਨ ਲਈ ਸਾਡੇ ਉੱਤੇ ਬਿਠਾਇਆ ਜਾਏਗਾ। ਔਰ ਦੂਜੀ ਗੱਲ ਇਹ ਵੀ ਬੜੀ ਸੋਚਣ ਦੀ ਔਰ ਵਿਚਾਰਨ ਦੀ ਲੋੜ ਹੈਗੀ ਹੈ। ਜਿਹੜੇ ਵੀ ਵੀਰ ਸਾਡੇ ਕਈ ਪੱਤਰਕਾਰ ਵੀ ਉੱਥੇ ਇੰਟਰਵਿਊਜ਼ ਵਗੈਰਾ ਕਰਦੇ ਨੇ, ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਨੂੰ ਕੁਝ ਬੇਸਿਕ ਸਵਾਲ ਤੇ ਪੁੱਛਿਆ ਕਰਨ। ਇਹਨਾਂ ਨੂੰ ਇਹ ਪੁੱਛਿਆ ਕਰਨ ਕਿ ਕੀ ਇਹ ਸਿੱਖ ਕੌਮ ਨੂੰ ਇੱਕ ਵੱਖਰੀ ਕੌਮ ਮੰਨਦੇ ਹਨ, ਕੀ ਇਹ ਇੱਕ ਸਿੱਖ ਧਰਮ ਨੂੰ ਇੱਕ ਵੱਖਰਾ ਧਰਮ ਮੰਨਦੇ ਹਨ। ਜੇ ਉਹ ਕਹਿੰਦੇ ਆ ਕਿ ਅਸੀਂ ਸਿੱਖਾਂ ਨੂੰ ਇੱਕ ਵੱਖਰਾ ਧਰਮ ਮੰਨਦੇ ਹਾਂ, ਤਾਂ ਫਿਰ ਇਹਨਾਂ ਦੇ ਜਿਹੜੇ ਕਿਤਾਬਚੇ ਨੇ ਸਾਡੇ ਕੋਲ, ਜੇ ਆਪਾਂ ਕਹੀਏ ਨਾ ਕਿ ਬਹੁਤ ਸਾਰੇ ਐਵੀਡੈਂਸ ਹੈਗੇ ਨੇ ਜਿਸ ਦੇ ਵਿੱਚ ਸਿੱਖਾਂ ਨੂੰ ਵੱਖਰੇ ਧਰਮ ਵਜੋਂ ਪ੍ਰਚਾਰਿਆ ਨਹੀਂ ਗਿਆ, ਸਿੱਖਾਂ ਨੂੰ ਇੱਕ ਹਿੰਦੂ ਧਰਮ ਦੀ ਸ਼ਾਖਾ ਕਿਹਾ ਜਾਂਦਾ ਹੈ, ਸਿੱਖਾਂ ਦੀ ਵੱਖਰੀ ਹੋਣ ਤੇ ਹੀ ਸਵਾਲੀਆ ਚਿੰਨ੍ਹ ਲਗਾਇਆ ਜਾਂਦਾ ਹੈ ਇਸ ਜਥੇਬੰਦੀ ਵੱਲੋਂ ਜਾਂ ਇਹਨਾਂ ਦੀ ਜਿਹੜੀ ਆਪਾਂ ਕਹਿ ਲਈਏ ਕਿ ਟੌਪ ਬੈਠੀ ਹੋਈ ਜਥੇਬੰਦੀ ਉਹਨਾਂ ਵੱਲੋਂ। ਇਹ ਸਾਰੀਆਂ ਚੀਜ਼ਾਂ ਦੇ ਵਿਚਾਰ ਜਿਹੜਾ ਹੈ, ਇਹਨਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ। ਇਹਨਾਂ ਨੂੰ ਆਪਾਂ ਕਹਿ ਲਈਏ ਕਿ ਕਟਹਿਰੇ ਦੇ ਵਿੱਚ ਜਿਹੜਾ ਹੈ ਖੜਾ ਕਰਨਾ ਚਾਹੀਦਾ ਹੈ, ਕਿਉਂਕਿ ਜੇ ਇਸੇ ਤਰੀਕੇ ਦੇ ਨਾਲ ਹੀ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ RSS ਦੇ ਸਿੱਧੇ ਹੱਥਾਂ ਦੇ ਵਿੱਚ ਹੋਵੇਗੀ। ਬਿਲਕੁਲ, ਜੇਕਰ ਅਸੀਂ ਅੱਜ ਦੇ ਹਾਲਾਤਾਂ ਨੂੰ ਵੇਖੀਏ ਕਿ ਇਸ ਵੇਲੇ ਜੋ ਹਾਲ, ਜੋ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰ ਆ ਰਹੀ ਹੈ, 100 ਸਾਲ ਬੀਤ ਰਹੇ ਨੇ। ਇੱਥੋਂ ਤੱਕ ਕਿ ਵਿਰੋਧੀ ਧਿਰਾਂ ਵੀ ਇਹ ਕਹਿੰਦੀ ਨੇ ਕਿ ਜੀ 100 ਸਾਲ ਦੇ ਬਾਅਦ ਇੱਕ ਮਾਣਮੱਤੇ ਇਤਿਹਾਸ ਦੇ ਨਾਲ ਅੱਗੇ ਵਧਣਾ ਅਤੇ 100ਵੇਂ ਸਾਲ ਦੇ ਵਿੱਚ ਜੋ ਇਸ ਵੇਲੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਸ ਤੋਂ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਹਾਲੇ ਵੀ ਨਜ਼ਰ ਨਹੀਂ ਆ ਰਿਹਾ ਕਿ SGPC ਕਰ ਰਹੀ ਹੋਵੇ। ਲੇਕਿਨ ਫਿਰ ਵੀ ਉਮੀਦ ਰੱਖਣੀ ਪਏਗੀ, ਆਸ ਰੱਖਣੀ ਪਏਗੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਕਹਿ ਲਓ ਹੁਕਮਨਾਮਾ, ਜੋ ਵੀ ਉਸ ਦਰ ਤੋਂ ਕੋਈ ਵੀ ਸੁਨੇਹਾ ਸਿੱਖਾਂ ਦੇ ਲਈ ਆਏ, ਉਹ ਮੰਨਣਾ ਚਾਹੀਦਾ ਹੈ। ਉਹ ਇਸ ਵੇਲੇ ਸਮੇਂ ਦੀ ਲੋੜ ਹੈ। ਧੰਨਵਾਦ ਕਰਦੇ ਸੀ ਸਭ ਤੋਂ ਪਹਿਲੇ ਜਗਜੀਤ ਸਿੰਘ ਹੋਣਾ ਦਾ, ਜਿਨ੍ਹਾਂ ਨੇ ਪਿਛਲੇ ਜੋ ਵੀ ਫਰਮਾਨ ਅਕਾਲ ਤਖਤ ਸਾਹਿਬ ਤੋਂ ਜਾਰੀ ਹੁੰਦੇ ਨੇ ਉਹਨਾਂ ਦੇ ਐਵੀਡੈਂਸ ਦੇ ਰੂਪ ਦੇ ਵਿੱਚ ਜੋ ਤੁਸੀਂ ਇੱਕ ਤੱਥ ਰੱਖਿਆ ਸਾਹਮਣੇ।